ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ। ਜਾਂ ਕੈ ਹਰ ਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ। ਰਹਾਉ तीन लोक जाके हैं पार, सो काहे ना करे प्रतपार। कहो कबीर एक बुद्ध विचारी, क्या बस जो बिख देह महतारी। कहो कबीर एक बुद्ध विचारी, क्या बस जाओ बिख दे महतारी। गौड़ी कबीर जी। ਜਾਂ ਕੈ ਹਰ ਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਮਹਿਮਾ ਅਪਰੰਪਾਰ ਹੈ। कोई गावे को सुने, कोई करे विचार, को उपदेशै को दृढ़, तिसका होई उधार। कोई गुरबाणी नूं गा लवे, कोई शरधा भावना दे नाल सुन लवे, ते कोई गुरबाणी दी विचार दे नाल जुड़ जावे, ਤੇ ਕੋਈ ਗੁਰਬਾਣੀ ਦੇ ਉਪਦੇਸ਼ ਨੂੰ ਆਪ ਸਮਝ ਕੇ ਦੂਸਰਿਆਂ ਨੂੰ ਸਮਝਾਵੇ। ਪਰ ਹਜ਼ੂਰ ਕਹਿੰਦੇ ਜਿਹੜਾ ਵੀ ਇਸ ਬਾਣੀ ਨੂੰ ਕਿਸੇ ਵੀ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾ ਲਵੇ, ਤਿਸ ਕਾ ਹੋਏ ਉਧਾਰ, ਉਹਦਾ ਉਧਾਰ ਹੋ ਸਕਦਾ ਹੈ। ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਹਨ। ਉਹਨਾਂ ਦੀ ਬਾਣੀ ਵੀ ਗੁਰਬਾਣੀ ਵਿੱਚ ਦਰਜ ਹੈ। ਆਪ ਸੰਗਤਾਂ ਗੌੜੀ ਰਾਗ ਦੇ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਭਗਤ ਕਬੀਰ ਜੀ ਦੇ ਪਾਸ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ ਕਿ ਭਗਤ ਜੀ, ਤੁਸੀਂ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪਿਆਰ ਕਰਦੇ ਹੋ, ਉਹਦਾ ਹੀ ਨਾਮ ਜਪਦੇ ਹੋ, ਉਹਦੇ ਉੱਤੇ ਹੀ ਭਰੋਸਾ ਰੱਖਿਆ ਹੋਇਆ ਹੈ, ਕੀ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ? ਕਿਉਂਕਿ ਅਸਾਂ ਇਹ ਸੁਣਿਆ ਹੈ, ਜਿਹੜੇ ਲੋਕ ਸ਼ਿਵ ਜੀ ਦੀ ਤਪੱਸਿਆ ਕਰਦੇ ਹਨ, ਸ਼ਿਵ ਜੀ ਦੀ ਆਰਾਧਨਾ ਕਰਦੇ ਹਨ, ਜਿਹੜੇ ਸ਼ਿਵ ਸ਼ਿਵਾਂ ਦਾ ਨਾਮ ਜਪਦੇ ਹਨ, ਬਈ ਮੁਕਤੀ ਉਹਨਾਂ ਨੂੰ ਮਿਲਦੀ ਹੈ। ਤਾਂ ਭਗਤ ਕਬੀਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਉਚਾਰਨ ਕੀਤੀਆਂ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ। ਰਹਾਉ हे ਰਾਮ ਜੀ, हे ਸਰਵ ਵਿਆਪਕ ਪ੍ਰਭੂ ਜੀ, ਹੁਣ ਤੇ ਅਸਾਂ ਤੁਹਾਡਾ ਭਰੋਸਾ ਧਾਰਨ ਕਰ ਲਿਆ ਹੈ।
ਕਹੋ ਹੁਣ ਤੁਸੀਂ ਆਪ ਦੱਸੋ। ਤਬ ਕਾਹੂ ਕਾ ਕਵਨ ਨਿਹੋਰਾ, ਹੁਣ ਹੋਰ ਕਿਸੇ ਦੀ ਮਾਨ ਮਨੌਤ ਕਰਨੀ। ਨਿਹੋਰਾ ਦਾ ਅਰਥ ਹੈ ਕਿਸੇ ਅੱਗੇ ਨਿਵਣਾ, ਖੁਸ਼ਾਮਦ ਕਰਨੀ, ਮਿੰਨਤਾਂ ਤਰਲੇ ਕਰਨੇ, ਕਿਸੇ ਮੂਹਰੇ ਨੱਕ ਰਗੜਨਾ। ਹੁਣ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਰਹਿ ਗਈ। ਕਿਉਂ? ਜਦੋਂ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੋ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਤੋਂ ਮਹਾਨ ਹੈ। ਜਿੰਨੇ ਵੀ ਦੇਵੀ ਦੇਵਤੇ ਹਨ ਸਭ ਉਸ ਦੇ ਤਾਬਿਆਦਾਰ ਹਨ। ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਆਉ ਮੁਖ ਚਾਰ। ਰਾਮਚੰਦਰ ਤੇ ਕ੍ਰਿਸ਼ਨ ਵਰਗੇ ਅਵਤਾਰ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਝਾੜੂ ਬਰਦਾਰ ਨੇ। ਜਦੋਂ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਕਰ ਲਿਆ, ਹੁਣ ਹੋਰ ਕਿਸੇ ਸ਼ਿਵ ਜੀ ਵਰਗੇ ਦੇਵੀ ਦੇਵਤੇ ਦੀ ਮਾਨ ਮਨੌਤ ਕਰਨ ਦਾ ਕੀ ਮਤਲਬ ਰਹਿ ਗਿਆ। ਭਗਤ ਕਬੀਰ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਇਸ ਸ਼ਬਦ ਵਿੱਚ ਉਚਾਰਨ ਕੀਤੀ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ ਜਾਂ ਕੈ ਹਰਿ ਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ। ਗੌੜੀ ਰਾਗ ਵਿੱਚ ਭਗਤ ਕਬੀਰ ਜੀ ਇਹ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਜਾ ਕੈ ਹਰਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਜਾ ਕੈ ਦਾ ਅਰਥ ਹੈ ਜਿਹਦੇ ਹਿਰਦੇ ਵਿੱਚ ਹਰ ਸਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਠਾਕੁਰ ਮਾਲਕ ਵਸ ਜਾਵੇ। ਭਾਈ ਹੈ ਭਾਈ, ਉਹਨੂੰ ਫਿਰ ਹੋਰ ਕਿਸੇ ਦੀ ਮੁਥਾਜੀ ਕਰਨ ਦੀ ਕੀ ਲੋੜ ਹੈ। ਮੁਕਤ ਅਨੰਤ ਪੁਕਾਰਨ ਜਾਈ। ਮੁਕਤ ਅਨੰਤ, ਅਨੰਤ ਮੁਕਤੀਆਂ, ਕਿਉਂਕਿ ਬੈਕੁੰਠ ਦੀਆਂ 4 ਮੁਕਤੀਆਂ ਹਨ। ਕੇਵਲ ਮੁਕਤੀ ਉਸ ਤੋਂ ਵੱਖਰੀ ਹੈ। ਪਰ ਭਗਤ ਜੀ ਕਹਿੰਦੇ ਨੇ ਮੁਕਤ ਅਨੰਤ, ਜਿਹੜੀਆਂ ਅਨੰਤ ਬੇਅੰਤ ਮੁਕਤੀਆਂ ਨੇ, ਪੁਕਾਰਨ ਜਾਈ, ਉਹ ਉਸ ਨੂੰ ਬੁਲਾਉਣ ਵਾਸਤੇ ਜਾਂਦੀਆਂ ਨੇ, ਉਹ ਉਸ ਨੂੰ ਆਵਾਜ਼ਾਂ ਮਾਰਦੀਆਂ ਨੇ, ਉਹ ਉਸ ਨੂੰ ਹਾਕਾਂ ਮਾਰਦੀਆਂ ਨੇ ਬਈ ਤੂੰ ਸਾਨੂੰ ਸਵੀਕਾਰ ਕਰ ਲੈ। ਭਾਵ ਜਿਸ ਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਮੁਕਤੀਆਂ ਵੀ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ ਹਨ। ਦੂਸਰਾ, ਮੁਕਤ ਅਨੰਤ ਪੁਕਾਰਨ ਜਾਈ, ਇਹਦਾ ਅਰਥ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਇਹ ਕੀਤਾ ਹੈ ਬਈ ਜਿਨ੍ਹਾਂ ਦੇ ਪਾਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਉਹ ਮਿੱਤਰ ਆ ਜਾਵੇ, ਮੁਕਤ ਅਨੰਤ ਪੁਕਾਰਨ ਜਾਈ। ਆ ਜਿਹੜੀ ਮੁਕਤੀ ਹੈ ਇਹ ਅਨੰਤ, ਉਹ ਅਨੰਤ ਵਾਰ ਉਹਨੂੰ ਬੁਲਾਉਣ ਵਾਸਤੇ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿੱਤਰ ਬਣ ਜਾਂਦਾ ਹੈ ਤੇ ਫਿਰ ਮੁਕਤੀਆਂ ਉਹਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ, ਉਹ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ। ਮੁਕਤੀ ਅਨੰਤ ਵਾਰ ਉਹਨੂੰ ਬੁਲਾਉਣ ਵਾਸਤੇ ਜਾਂਦੀ ਹੈ, ਬਾਰ-ਬਾਰ ਬੇਨਤੀਆਂ ਕਰਦੀ ਹੈ ਕਿ ਮਹਾਰਾਜ ਤੁਸੀਂ ਮੈਨੂੰ ਪ੍ਰਵਾਨ ਕਰ ਲਓ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ ਰਹਾਉ। ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੁਣ ਸਾਨੂੰ ਤੇ ਤੁਹਾਡਾ ਭਰੋਸਾ ਵੱਜ ਗਿਆ ਹੈ। ਸਾਨੂੰ ਤਾਂ ਹੁਣ ਤੁਹਾਡੇ ਤੇ ਹੀ ਇਤਕਾਦ ਅਤੇ ਯਕੀਨ ਪੈਦਾ ਹੋ ਗਿਆ ਹੈ। ਹੁਣ ਤੁਸੀਂ ਆਪ ਦੱਸੋ, ਜਦੋਂ ਤੁਹਾਡੇ ਤੇ ਭਰੋਸਾ ਹੀ ਕਰ ਲਿਆ, ਤਬ ਕਾਹੂ ਕਾ ਕਵਨ ਨਹੀਂ ਹੋ ਰਿਹਾ, ਫਿਰ ਹੁਣ ਹੋਰ ਕਿਸੇ ਦਾ ਮੰਨਣਾ ਮਨਾਉਣਾ ਕਿਸ ਅਰਥ ਹੈ। ਭਾਵ
ਹੁਣ ਅਸੀਂ ਤੈਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਣ ਪੂਜਣ ਲਈ ਤਿਆਰ ਨਹੀਂ। ਮੈਂ ਨਾ ਗਨੇਸਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਕਾਨ ਸੁਣੀ ਪਹਿਚਾਨ ਨਾ ਤਿਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਸਾਨੂੰ ਉਸ ਅਕਾਲ ਪੁਰਖ ਤੇ ਪੂਰਨ ਭਰੋਸਾ ਧਾਰਨ ਕਰਨ ਦਾ ਭਗਤ ਜੀ ਉਪਦੇਸ਼ ਦੇ ਰਹੇ ਹਨ। ਤੀਨ ਲੋਕ ਜਾ ਕੇ ਹੈ ਪਾਰ, ਸੋ ਕਾਹੇ ਨਾ ਕਰੈ ਪ੍ਰਤਪਾਰ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਬਈ ਕਈ ਲੋਕ ਕਹਿੰਦੇ ਨੇ ਬਈ ਜੇ ਤੁਸੀਂ ਧਨ ਦੌਲਤ ਲੈਣੀ ਹੈ ਤਾਂ ਦੇਵੀ ਦੇਵਤਿਆਂ ਦੀ ਉਪਾਸਨਾ ਕਰੋ। ਜਿਹੜੇ ਰੱਬ ਨੂੰ ਚੇਤੇ ਕਰਨ ਵਾਲੇ ਨੇ ਉਹ ਤਾਂ ਭੁੱਖੇ ਮਰਦੇ ਹਨ। ਪਰ ਭਗਤ ਜੀ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ। ਤੀਨ ਲੋਕ ਜਾ ਕੇ ਹੈ ਪਾਰ। ਦੇਖ ਲਓ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਰ ਉਤੇ 3 ਲੋਕਾਂ ਦਾ ਭਾਰ ਹੈ, ਭਾਵ ਤਿੰਨੇ ਲੋਕਾਂ ਨੂੰ ਰੋਜੀ ਤੇ ਰਿਜ਼ਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰਿਹਾ ਹੈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹਿੰਦ ਹੈ। ਜਿਸ ਵਾਹਿਗੁਰੂ ਦੇ ਸਿਰ ਉਤੇ 3 ਲੋਕਾਂ ਦਾ ਭਾਰ ਹੈ, ਤਿੰਨੇ ਲੋਕਾਂ ਨੂੰ ਰੋਜੀ ਦੇਣ ਵਾਲਾ ਦਾਤਾ ਹੈ, ਸੋ ਕਾਹੇ ਨਾ ਕਰੈ ਪ੍ਰਤਪਾਲ। ਉਹ ਬਈ ਸਾਡੀ ਕਿਉਂ ਨਹੀਂ ਪਾਲਣਾ ਪੋਸ਼ਣਾ ਕਰੇਗਾ? ਜ਼ਰੂਰ ਕਰੇਗਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਵੀ ਬਾਣੀ ਵਿੱਚ ਮਨੁੱਖ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬੜੇ ਸੁੰਦਰ ਬਚਨ ਆਖੇ ਹਨ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮਹਿ ਜਨ ਤੇ ਉਪਾਏ ਕੈ, ਤਿਨਾ ਪੇ ਰੋਜੀ ਦੇ। ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜਨ ਤੇ ਉਪਾਹਾ। ਉਸ ਅਕਾਲ ਪੁਰਖ ਨੇ ਹਰ ਜੀਵ ਦਾ ਰਿਜ਼ਕ ਪਹਿਲਾਂ ਬਣਾਇਆ ਹੈ, ਪਿੱਛੋਂ ਉਸ ਨੂੰ ਪੈਦਾ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਐਸੇ ਪੁਖਤਾ ਇੰਤਜ਼ਾਮ ਕੀਤੇ ਹਨ। ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆਹਰ ਹਰ ਜੀਉ ਭਰਿਆ। ਸੈਲ ਪੱਥਰ ਮੈਂ ਜਨ ਤੇ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਪੱਥਰਾਂ ਦੇ ਵਿੱਚ ਜੋ ਉਸਨੇ ਕੀੜੇ ਪੈਦਾ ਕੀਤੇ ਨੇ ਉਹਨਾਂ ਨੂੰ ਵੀ ਰਿਜ਼ਕ ਦੇ ਰਿਹਾ ਹੈ। ਸੋ ਕਾਹੇ ਨਾ ਕਰੈ ਪ੍ਰਤਪਾਰ। ਉਹ ਕਾਹਦੇ ਲਈ ਤੇਰੀ ਪਾਲਣਾ ਨਹੀਂ ਕਰੇਗਾ? ਪਾਪ ਉਸ ਵਾਹਿਗੁਰੂ ਤੇ ਭਰੋਸਾ ਰੱਖੋ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਤ ਜੀ ਸੰਗ ਰਖਵਾਲਾ। ਉਹ ਹਰ ਵੇਲੇ ਸਾਡੀ ਪਾਲਣਾ ਵੀ ਕਰ ਰਿਹਾ ਹੈ ਤੇ ਸਾਡੀ ਰੱਖਿਆ ਵੀ ਕਰਨ ਵਾਲਾ ਹੈ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜਾਓ ਬਿਖ ਦੇ ਮਹਤਾਰੀ। ਭਗਤ ਕਬੀਰ ਜੀ ਆਖਦੇ ਨੇ ਇੱਕ ਅਸੀਂ ਹੋਰ ਬੁੱਧੀ ਵਿੱਚ ਵਿਚਾਰ ਕੀਤੀ ਹੈ। ਕਿਆ ਬਸ ਜਾਓ ਬਿਖ ਦੀ ਮਹਤਾਰੀ। ਮਹਤਾਰੀ ਦਾ ਅਰਥ ਹੈ ਮਾਂ। ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਵੇ ਫਿਰ ਉਹਦੀ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ, ਕਿਉਂਕਿ ਮਾਂ ਨੂੰ ਹੀ ਆਪਣਾ ਪੁੱਤਰ ਸਭ ਤੋਂ ਵੱਧ ਪਿਆਰਾ ਹੁੰਦਾ ਹੈ। ਪਰ ਜੇ ਮਾਂ ਹੀ ਡੈਣ ਬਣ ਜਾਵੇ, ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇ ਦੇਵੇ, ਫਿਰ ਦੱਸੋ ਉਸ ਦੇ ਸਾਹਮਣੇ ਕੀ ਕਿਸੇ ਦੀ ਪੇਸ਼ ਜਾ ਸਕਦੀ? ਨਹੀਂ ਜਾ ਸਕਦੀ। ਇਹਦਾ ਮਤਲਬ ਇਹ ਹੈ, ਭਗਤ ਜੀ ਕਹਿੰਦੇ ਨੇ ਜੇ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕਿਸੇ ਨੂੰ ਮਾਇਆ ਦੇ ਵਿੱਚ ਫਸਾ ਕੇ ਵਿਸ਼ਿਆਂ ਦੇ ਵਿੱਚ ਲਾ ਕੇ ਭੁਲਾ ਦੇਵੇ, ਫਿਰ ਉਹਦੇ ਸਾਹਮਣੇ ਕੋਈ ਪੇਸ਼ ਨਹੀਂ ਚੱਲ ਸਕਦੀ। ਪਰ ਹਾਂ, ਜੇ ਕੋਈ ਵਾਹਿਗੁਰੂ ਤੇ ਭਰੋਸਾ ਕਰ ਲਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਦੀ ਰੱਖਿਆ ਜ਼ਰੂਰ ਕਰਦਾ ਹੈ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੈ ਵਿਚਾਰ। ਲੋ ਹੁਣ ਭਗਤ ਕਬੀਰ ਜੀ ਦੇ ਪਾਸ ਇੱਕ ਪੰਡਤ ਆਇਆ। ਉਸਨੇ ਸਤੀ ਦੀ ਬੜੀ ਤਾਰੀਫ ਕੀਤੀ। ਕੋਈ ਇਸਤਰੀ ਸੀ ਔਰ ਉਹਦਾ ਪਤੀ ਚੜ੍ਹਾਈ ਕਰ ਗਿਆ ਤੇ ਉਹਦਾ ਆਪਣਾ ਚਾਲ ਚੱਲਣ ਇੰਨਾ ਠੀਕ ਨਹੀਂ ਸੀ। ਉਸ ਤੋਂ ਤੰਗ ਆ ਕੇ ਹੀ ਉਸ ਦੇ ਪਤੀ ਨੇ ਖੁਦਕਸ਼ੀ ਕਰ ਲਈ ਸੀ। ਪਰ ਜਦੋਂ ਉਸਨੇ ਦੇਖਿਆ ਵੀ ਮੇਰਾ ਪਤੀ ਤੇ ਚੜ੍ਹਾਈ ਕਰ ਗਿਆ, ਹੁਣ ਮੇਰਾ ਤੇ ਜਿਉਣਾ ਹਰਾਮ ਹੋ ਗਿਆ, ਤੇ ਉਸਨੇ ਫੈਸਲਾ ਕੀਤਾ
ਕਿ ਮੈਂ ਹੁਣ ਪਤੀ ਦੇ ਨਾਲ ਹੀ ਸਤੀ ਹੋ ਜਾਵਾਂ, ਔਰ ਉਹ ਪਤੀ ਦੇ ਨਾਲ ਹੀ ਚਿਖਾ ਦੇ ਵਿੱਚ ਸੜ ਕੇ ਮਰ ਗਈ। ਤੇ ਉਹਦਾ ਜਸ ਲੋਕ ਕਰ ਰਹੇ ਸਨ। ਕਿਸੇ ਪੰਡਤ ਨੇ ਆ ਕੇ ਵੀ ਕੀਤਾ ਤਾਂ ਭਗਤ ਕਬੀਰ ਜੀ ਨੇ ਉਹਦਾ ਇਹ ਜਵਾਬ ਦਿੱਤਾ, ਬਿਨ ਸਤ ਸਤੀ ਹੋਈ ਕੈਸੇ ਨਾਰ। ਜੇ ਇਸਤਰੀ ਦੇ ਵਿੱਚ ਸਤ ਨਹੀਂ ਹੈ, ਉਹ ਆਪਣੇ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਨਹੀਂ ਹੈ, ਉਹ ਸਤੀ ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ। ਇੱਕ ਕਲਗੀਧਰ ਪਾਤਸ਼ਾਹ ਨੇ 10ਵੇਂ ਗ੍ਰੰਥ ਦੇ ਵਿੱਚ ਸਤੀ ਦਾ ਪ੍ਰਸੰਗ ਲਿਖਿਆ ਹੈ ਕਿ ਇੱਕ ਐਸੀ ਬਦ ਚਲਣ ਇਸਤਰੀ ਸੀ, ਉਹਨੇ ਇੱਕ ਪਤੀ ਨਾਲ ਵਿਆਹ ਕਰਵਾਇਆ ਤੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਫਿਰ ਦੂਸਰੇ ਨਾਲ ਕਰਵਾਇਆ, ਉਹਨੂੰ ਵੀ ਪਾਰ ਬੁਲਾ ਦਿੱਤਾ। ਫਿਰ ਤੀਸਰੇ ਨਾਲ ਕਰਵਾਇਆ। ਗੱਲ ਕੀ, ਉਹਨੇ 6 ਵਿਆਹ ਕਰਵਾਏ ਤੇ 6 ਪਤੀਆਂ ਨੂੰ ਉਹਨੇ ਆਪਣੇ ਹੱਥੀਂ ਮਾਰ ਮੁਕਾਇਆ। ਫਿਰ ਉਦੋਂ ਤੱਕ ਉਹਦੇ ਮਨ ਦੇ ਵਿੱਚ ਖਿਆਲ ਆਇਆ ਬਈ ਹੁਣ ਮੈਂ ਬਿਰਧ ਹੋ ਗਈ ਹਾਂ, ਮੈਂ ਆਪਣੇ ਸਾਰੇ ਕੁਲੰਕ ਧੋ ਦੇਵਾਂ। ਜਦੋਂ 6ਵਾਂ ਪਤੀ ਉਸ ਦਾ ਚੜ੍ਹਾਈ ਕੀਤਾ, ਉਸ ਨੇ ਸਤੀ ਹੋਣ ਦਾ ਫੈਸਲਾ ਕਰ ਲਿਆ। ਜਦੋਂ ਉਹ ਸਤੀ ਹੋਣ ਵਾਸਤੇ ਤਿਆਰ ਹੋਈ ਤੇ ਉਸ ਨੇ ਐਲਾਨ ਕੀਤਾ, ਬਹੁਤ ਸਾਰੇ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋ ਗਏ ਨੇ। ਜਦੋਂ ਉਸਦੇ ਪਤੀ ਦੀ ਅੰਤਮ ਯਾਤਰਾ ਨਿਕਲੀ ਤੇ ਇਹ ਵੀ ਸੰਧੂਰ ਲਾ ਕੇ, ਨਾਰੀਅਲ ਫੜ ਕੇ ਉਹਦੇ ਨਾਲ ਸਤੀ ਹੋਣ ਵਾਸਤੇ ਤਿਆਰ ਹੋਈ। ਰਸਤੇ ਵਿੱਚ ਤੁਰੇ ਜਾ ਰਹੇ ਸਨ। ਰਸਤੇ ਵਿੱਚ ਇੱਕ ਸਾਧੂ ਦਾ ਡੇਰਾ ਸੀ ਤੇ ਜਦੋਂ ਉਸਦੇ ਅੱਗੋਂ ਦੀ ਜਾਣ ਲੱਗੇ, ਅਚਾਨਕ ਉਹਦੀ ਦ੍ਰਿਸ਼ਟੀ ਉਸ ਸਤੀ ਤੇ ਪੈ ਗਈ ਤੇ ਉਹਨੂੰ ਉਸਦੇ ਚਾਲ ਚੱਲਣ ਦਾ ਪਤਾ ਸੀ। ਤੇ ਉਸਨੇ ਪੁੱਛਿਆ, ਬਈ ਕੀ ਗੱਲ ਹੈ, ਇਹ ਕਾਹਦਾ ਢੋਲ ਵੱਜ ਰਿਹਾ ਹੈ, ਕਾਹਦਾ ਸ਼ੋਰ ਸ਼ਰਾਬਾ ਹੋ ਰਿਹਾ ਹੈ? ਤੇ ਲੋਕਾਂ ਨੇ ਕਿਹਾ ਵੀ ਇਹ ਸਤੀ ਹੋਣ ਵਾਸਤੇ ਜਾ ਰਹੀ ਹੈ, ਇਸ ਲਈ ਇਹ ਸਾਰਾ ਇਕੱਠ, ਸਾਰਾ ਰੌਲਾ ਉਸੇ ਦਾ ਹੀ ਹੋ ਰਿਹਾ ਹੈ। ਤੇ ਅੱਗੋਂ ਸਾਧੂ ਦੇ ਮੂੰਹੋਂ ਸੱਚ ਨਿਕਲ ਗਿਆ। ਕਹਿਣ ਲੱਗਾ ਵੀ ਇਹਦਾ ਸਤੀ ਹੋਣਾ ਕੀ ਅਰਥ ਰੱਖਦਾ ਹੈ, ਜਿਸਨੇ ਆਪਣੇ ਹੱਥੀਂ ਆਪਣੇ ਪਤੀਆਂ ਨੂੰ ਮਾਰਿਆ ਹੋਵੇ। ਜਦੋਂ ਇੰਨੀ ਗੱਲ ਉਹਦੇ ਮੂੰਹੋਂ ਨਿਕਲੀ, ਕਿਸੇ ਨੇ ਉਸ ਸਤੀ ਦੇ ਕੰਨਾਂ ਵਿੱਚ ਵੀ ਖਬਰ ਪਹੁੰਚਾ ਦਿੱਤੀ ਤੇ ਜਾਂਦੀ ਜਾਂਦੀ ਕਹਿਣ ਲੱਗੀ, ਕੋਈ ਨਹੀਂ ਸਾਧਾ, ਤੇਰਾ ਵੀ ਹੁਣ ਕੰਡਾ ਕੱਢ ਕੇ ਜਾਊਂਗੀ। ਇੰਨੀ ਗੱਲ ਕਹਿ ਕੇ ਉਹ ਆਪਣੇ ਪਤੀ ਦੀ ਚਿਖਾ ਤੇ ਜਦੋਂ ਚੜ੍ਹੀ, ਉਸ ਵੇਲੇ ਦਾ ਰਿਵਾਜ ਸੀ, ਲੋਕ ਸਤੀ ਦੀ ਭਾਖਿਆ ਲੈਂਦੇ ਸਨ। ਜਦੋਂ ਚਿਖਾ ਤੇ ਬੈਠੀ ਤੇ ਲੋਕਾਂ ਨੇ ਆਖਿਆ ਕੋਈ ਭਾਖਿਆ ਦੇ, ਤਾਂ ਉਸਨੇ ਜਾਂਦੀ ਜਾਂਦੀ ਨੇ ਲੋਕਾਂ ਨੂੰ ਇਹ ਗੱਲ ਕਹਿ ਦਿੱਤੀ, ਉਹ ਜਿਹੜਾ ਸਾਧ ਹੈ, ਜਿਸ ਦਾ ਰਸਤੇ ਦੇ ਵਿੱਚ ਹੀ ਡੇਰਾ ਸੀ, ਔਰ ਉਹ ਸਾਧ ਬੜਾ ਪਾਪੀ ਹੈ, ਬੜਾ ਪਖੰਡੀ ਹੈ। ਲਓ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਓ। ਐਤਕੀ ਮੀਂਹ ਨਹੀਂ ਪਵੇਗਾ, ਕਾਲ ਦੀ ਸੰਭਾਵਨਾ ਪੈਦਾ ਹੋ ਜਾਵੇਗੀ। ਜੇਕਰ ਤੁਸੀਂ ਉਹ ਸਾਧ ਨੂੰ ਬਲੀ ਦੇ ਦਿਓ, ਸਾਧ ਦਾ ਕੰਡਾ ਕੱਢ ਦਿਓ, ਫਿਰ ਤੁਸੀਂ ਕਾਲ ਤੋਂ ਬਚ ਸਕਦੇ ਹੋ, ਫਿਰ ਤੁਹਾਡੀ ਜੀਵਨ ਦੀ ਆਸ ਪੂਰੀ ਹੋ ਸਕਦੀ ਹੈ। ਬਸ ਲੋਕਾਂ ਦੇ ਕਹਿਣ ਦੀ ਦੇਰ ਸੀ। ਉਸੇ ਵੇਲੇ ਉਹਨੇ ਚਿਖਾ ਨੂੰ ਅੱਗ ਲਾਈ। ਲੋਕਾਂ ਨੇ ਉਹ ਸਾਧ ਨੂੰ ਵੀ ਪਕੜ ਕੇ ਜਿਉਂਦੇ ਨੂੰ ਚਿਖਾ ਦੇ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਦੀਆਂ ਸਤੀਆਂ ਦਾ ਦੱਸੋ, ਸਤੀ ਹੋਣਾ ਕੀ ਅਰਥ ਰੱਖਦਾ? ਲੋ ਭਗਤ ਕਬੀਰ ਜੀ ਵੀ ਇੱਥੇ ਉਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਪੰਡਤ ਦੇਖੋ ਹਿਰਦਾ ਵਿਚਾਰ, ਕਹਿੰਦੇ ਪੰਡਤ ਲੋਗੋ ਤੁਸੀਂ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖੋ, ਜੇ ਇਸਤਰੀ ਵਿੱਚ ਸਤ ਨਹੀਂ ਹੈ, ਪਤੀ ਬਰਤ ਧਰਮ ਦੇ ਵਿੱਚ ਪਰਪੱਕ ਨਹੀਂ ਹੈ, ਫਿਰ ਉਹ ਕਿਵੇਂ ਸਤੀ ਹੋ ਸਕਦੀ ਹੈ? ਪ੍ਰੀਤ ਬਿਨਾ ਕੈਸੇ ਬਦੇ ਸਨੇਹ, ਜਬ ਲਗ ਰਸ ਤਬ ਲਗ ਨਹੀਂ ਨੇਹੋ। ਲੋ ਭਗਤ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਪ੍ਰੀਤ ਬਿਨਾ, ਜੇ ਉਹਦੇ ਮਨ ਵਿੱਚ ਪਤੀ ਨਾਲ ਪ੍ਰੀਤੀ ਹੀ ਨਹੀਂ ਹੈ, ਕੈਸੇ ਬਦਾ ਸਨੇਹੋ,
ਉਹਦਾ ਆਪਣੇ ਪਤੀ ਨਾਲ ਪ੍ਰੇਮ ਕਿਵੇਂ ਵੱਧ ਸਕਦਾ ਹੈ? ਜੇ ਇਸਤਰੀ ਦੇ ਮਨ ਵਿੱਚ ਆਪਣੇ ਪਤੀ ਪ੍ਰਤੀ ਮੁਹੱਬਤ ਹੋਵੇ ਤੇ ਫੇਰ ਹੀ ਉਹਦੇ ਨਾਲ ਪ੍ਰੇਮ ਵੱਧਦਾ ਹੈ ਨਾ। ਜੇ ਅੰਦਰੋਂ ਪ੍ਰੀਤ ਹੀ ਨਹੀਂ ਤੇ ਪ੍ਰੇਮ ਨਹੀਂ ਵੱਧ ਸਕਦਾ। ਜਬ ਲਗ ਰਸ ਤਬ ਲਗ ਨਹੀਂ ਨੇਹੋ, ਜਿੰਨਾ ਚਿਰ ਤੱਕ ਕਿਸੇ ਨੂੰ ਹੋਰ ਬਾਹਰਲਾ ਰਸ ਚਸਕਾ ਪੈ ਗਿਆ ਹੈ, ਭਾਵ ਕੋਈ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਂਦੀ ਹੈ, ਤਬ ਲਗ ਨਹੀਂ ਨੇਹੋ, ਉਨਾ ਚਿਰ ਤੱਕ ਉਹਦਾ ਆਪਣੇ ਪਤੀ ਨਾਲ ਪ੍ਰੇਮ ਜੋੜ ਹੀ ਨਹੀਂ ਸਕਦਾ। ਇਹ ਇੱਕ ਹਕੀਕਤ ਹੈ, ਇਹ ਇੱਕ ਸੱਚਾਈ ਹੈ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ, ਉਹ ਵਾਹਿਗੁਰੂ ਦੀ ਸਤੀ, ਵਾਹਿਗੁਰੂ ਦੀ ਸੁਹਾਗਣ ਨਹੀਂ ਹੋ ਸਕਦਾ। ਜੇ ਮਨ ਵਿੱਚ ਵਾਹਿਗੁਰੂ ਦੀ ਪ੍ਰੀਤ ਹੋਵੇ ਤਾਂ ਹੀ ਉਹਦੇ ਨਾਲ ਪਿਆਰ ਵੱਧਦਾ ਹੈ। ਜਬ ਲਗ ਰਸ, ਜਿੰਨਾ ਚਿਰ ਤੱਕ ਮਨ ਦੇ ਵਿੱਚ ਹੋਰ ਪਦਾਰਥਾਂ ਦੇ ਰਸ ਨੇ, ਨਸ਼ਿਆਂ ਦੇ ਰਸ ਨੇ, ਗੀਤ ਸੰਗੀਤ ਦੇ ਰਸ ਨੇ, ਦੇਖਣ ਸੁੰਘਣ ਦੇ ਰਸ ਨੇ, ਤਬ ਲਗ ਨਹੀਂ ਨੇਹੋ, ਉਹਨਾਂ ਚਿਰ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਲੱਗ ਸਕਦਾ। ਸਾਹਨ ਸਤ ਕਰੈ ਜੀ ਆਪਣਾ, ਸੁਰਮਈਏ ਕੋ ਮਿਲੈ ਨਾ ਸੁਪਨਾ। ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ, ਲੋ ਪੰਡਤ ਲੋਗੋ ਇਸ ਗੱਲ ਦੀ ਵਿਚਾਰ ਕਰ ਲੋ। ਸਾਹਨ ਸਤ ਕਰੈ ਜੀ ਆਪਣਾ, ਇੱਕ ਹੁੰਦਾ ਸ਼ਾਹ, ਸ਼ਾਹ ਕਹਿੰਦੇ ਨੇ ਪਾਤਸ਼ਾਹ ਨੂੰ, ਉਹ ਹੈ ਅਕਾਲ ਪੁਰਖ। ਤੇ ਸ਼ਾਹਨ ਦਾ ਅਰਥ ਹੈ ਜਿਹੜੀ ਸ਼ਾਹਣੀ, ਸ਼ਾਹ ਦੇ ਘਰ ਵਾਲੀ। ਇੱਥੇ ਸ਼ਾਹਨ ਦਾ ਅਰਥ ਹੈ ਜਿਹੜੀ ਮਾਇਆ ਰੂਪ ਸ਼ਕਤੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਹੈ, ਮਾਇਆ ਉਹਦੀ ਇਸਤਰੀ ਹੈ। ਮਾਇਆ ਬ੍ਰਹਮ ਰਮੈ ਸਭ ਸੰਗ, ਏਕਾ ਮਾਈ ਜੁਗਤ ਵੀ ਆਈ, ਤਿੰਨ ਚੇਲੇ ਪ੍ਰਵਾਨ। ਸਾਹਨ ਸਤ ਕਰੈ ਜੀ ਆਪਣੇ, ਜਿਹੜਾ ਮਨੁੱਖ ਸ਼ਾਹਨੀ ਮਾਇਆ ਨੂੰ ਆਪਣੇ ਜੀ ਵਿੱਚ ਸਤਰੂਪ ਕਰਕੇ ਨਿਸ਼ਚਾ ਕਰਦਾ ਹੈ, ਭਾਵ ਮਾਇਆ ਨੂੰ ਆਪਣਾ ਸੱਚਾ ਮਿੱਤਰ ਸਮਝਦਾ ਹੈ ਤੇ ਮਾਇਆ ਦੇ ਨਾਲ ਹੀ ਮਨੋਂ ਤਨੋਂ ਪ੍ਰੇਮ ਕਰਦਾ ਹੈ, ਸੋ ਰਮਈਏ ਕੋ ਮਿਲੈ ਨਾ ਸੁਪਨੇ। ਰਮਈਏ ਦਾ ਅਰਥ ਹੈ ਰਮਿਆ ਹੋਇਆ ਵਿਆਪਕ ਸਰੂਪ ਅਕਾਲ ਪੁਰਖ। ਉਸ ਪਤੀ ਪਰਮੇਸ਼ਰ ਨੂੰ ਸੁਪਨੇ ਦੇ ਵਿੱਚ ਵੀ ਨਹੀਂ ਮਿਲ ਸਕਦਾ। ਉਹ ਮਨੁੱਖ ਜਿਹੜਾ ਮਾਇਆ ਦੇ ਨਾਲ ਹੀ ਦਿਲੋਂ ਮਨੋਂ ਤਨੋਂ ਪ੍ਰੇਮ ਕਰਦਾ ਹੈ, ਉਹ ਸੁਪਨੇ ਦੇ ਵਿੱਚ ਵੀ ਕਦੇ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ। ਤਨ ਮਨ ਤਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੈ ਕਬੀਰ। ਫਿਰ ਮਹਾਰਾਜ ਤੁਹਾਡੇ ਖਿਆਲਾਂ ਦੇ ਵਿੱਚ ਸੁਹਾਗਣ ਇਸਤਰੀ ਕੌਣ ਹੋ ਸਕਦੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਤਨ ਮਨ ਤਨ ਗ੍ਰਹਿ ਸੌਂਪ ਸਰੀਰ, ਉਹ ਅਸਲੀ ਸੁਹਾਗਣ ਹੋ ਸਕਦੀ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਸੋਈ ਸੁਹਾਗਣ ਕਹੈ ਕਬੀਰ, ਉਹੀ ਸੁਹਾਗਣ ਹੋ ਸਕਦੀ ਹੈ ਜਿਹੜੀ ਇਸਤਰੀ ਆਪਣਾ ਤਨ ਵੀ, ਆਪਣਾ ਮਨ ਵੀ, ਆਪਣਾ ਧਨ ਵੀ ਤੇ ਗ੍ਰਹਿ ਆਪਣਾ ਘਰ ਵੀ ਤੇ ਆਪਣਾ ਸਰੀਰ ਵੀ ਪਤੀ ਨੂੰ ਸੌਂਪ ਦੇਵੇ। ਸੋਈ ਸੁਹਾਗਣ ਕਹੈ ਕਬੀਰ। ਭਗਤ ਕਬੀਰ ਜੀ ਕਹਿੰਦੇ ਨੇ ਉਹ ਇਸਤਰੀ ਸੁਹਾਗਣ ਹੋ ਸਕਦੀ ਹੈ। ਇਸੇ ਤਰ੍ਹਾਂ ਰੱਬ ਦੀ ਸੁਹਾਗਣ ਵੀ ਉਹੀ ਗੁਰਮੁਖ ਰੂਹ ਹੋ ਸਕਦੀ ਹੈ ਜਿਹੜੀ ਆਪਣਾ ਤਨ ਮਨ ਧਨ ਘਰ ਸਰੀਰ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹਵਾਲੇ ਕਰ ਦੇਵੇ। ਗਾੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੇ ਪਰਵਾਰ। ਲਓ ਹੁਣ ਅੱਗੇ ਭਗਤ ਕਬੀਰ ਜੀ ਦਾ ਕੋਈ ਸੰਗੀ ਸੀ, ਉਹਦਾ ਪੁੱਤਰ ਕੁਝ ਸੰਗਤ ਵਿੱਚ ਪੈ ਕੇ ਜਗਤ ਜੂਠ ਦੀ ਵਰਤੋਂ ਕਰਨ ਲੱਗ ਪਿਆ, ਕਿਉਂਕਿ ਕਾਂਸ਼ੀ ਦੇ ਇਲਾਕੇ ਵਿੱਚ ਤੰਬਾਕੂ ਦੀ ਵਰਤੋਂ ਆਮ ਹੀ ਹੁੰਦੀ ਹੈ। ਉਸ ਵੇਲੇ ਵੀ ਇਹ ਪ੍ਰਧਾਨ ਸੀ। ਹੁਣ ਜਿਹੜਾ ਕਬੀਰ ਜੀ ਦਾ ਸੰਗੀ ਸੀ ਉਹ ਕਬੀਰ ਜੀ ਦੇ ਪਾਸ ਆਇਆ, ਕਹਿਣ ਲੱਗਾ, ਮਹਾਰਾਜ ਤੁਸੀਂ ਮੇਰੇ ਪੁੱਤਰ ਨੂੰ ਸਮਝਾਓ, ਉਹ ਜਗਤ ਜੂਠ ਦੀ, ਤੰਬਾਕੂ ਦੀ, ਬੀੜੀਆਂ ਜ਼ਰਦੇ ਦੀ ਵਰਤੋਂ ਕਰਨ ਲੱਗ ਪਿਆ ਹੈ, ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ ਹੈ। ਤਾਂ ਭਗਤ ਕਬੀਰ ਜੀ ਨੇ ਉਸ ਸੰਗੀ ਦੇ ਪੁੱਤਰ ਨੂੰ ਤਾੜਨਾ ਕੀਤੀ। ਰੇ ਨਰ ਨਾਵ ਚੌੜ ਕਤ ਬੋੜੀ, ਹਰਸਿਓ ਤੋੜ ਵਿਖਿਆ ਸੰਗ ਜੋੜੀ। ਰਹਾਓ ਭਗਤ ਜੀ ਕਹਿੰਦੇ ਨੇ, ਰੇ ਨਰ ਐ ਮਨੁੱਖ
ਨਾਵ ਦਾ ਅਰਥ ਹੈ ਨੌਕਾ, ਨਾਵ ਦਾ ਅਰਥ ਹੈ ਬੇੜੀ। ਆ ਜੋ ਤੇਰੀ ਜੀਵਨ ਦੀ ਬੇੜੀ ਹੈ, ਚੌੜ ਕਤ ਬੋੜੀ, ਤੂੰ ਕਿੱਥੇ, ਚੌੜ ਦਾ ਅਰਥ ਹੈ ਰੜੇ ਮੈਦਾਨ ਦੇ ਵਿੱਚ ਹੀ ਡੋਬ ਦਿੱਤੀ ਹੈ। ਉਹ ਕੀ ਹਰਸਿਓਂ ਤੋੜ ਵਿਖਿਆ ਸੰਗ ਜੋੜੀ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲੋਂ ਪ੍ਰੀਤੀ ਤੋੜ ਕੇ ਵਿਖਿਆ ਸੰਗ ਜੋੜੀ, ਜ਼ਹਿਰ ਦੇ ਨਾਲ ਆਪਣੀ ਪ੍ਰੀਤੀ ਜੋੜ ਲਈ ਹੈ। ਕਿਉਂਕਿ ਜਿੰਨੇ ਵਿਸ਼ੇ ਨੇ ਉਹ ਵੀ ਜ਼ਹਿਰ ਨੇ, ਜਿੰਨੇ ਨਸ਼ੇ ਨੇ ਉਹ ਵੀ ਜ਼ਹਿਰ ਨੇ। ਤੇ ਵਿਖਿਆ ਦਾ ਅਰਥ ਜਗਤ ਜੂਠ ਤਮਾਕੂ ਦਾ ਵੀ ਕੀਤਾ ਜਾਂਦਾ ਹੈ, ਤੇ ਵਿਖਿਆ ਦਾ ਅਰਥ ਮਾਇਆ ਵੀ ਹੈ। ਇਹ ਹੁਣ ਮਨੁੱਖ ਜਗਤ ਜੂਠ ਤਮਾਕੂ ਦਾ ਸੇਵਨ ਕਰ ਰਿਹਾ ਸੀ। ਇਹਨੂੰ ਭਗਤ ਜੀ ਕਹਿੰਦੇ ਨੇ, ਐ ਮਨੁੱਖ, ਐ ਬੰਦਿਆ, ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਕਿੱਥੇ ਰੜੇ ਮੈਦਾਨ ਦੇ ਵਿੱਚ ਹੀ ਡੋਬ ਦਿੱਤਾ ਹੈ। ਉਸ ਵਾਹਿਗੁਰੂ ਦੇ ਨਾਲੋਂ ਪ੍ਰੀਤੀ ਤੋੜ ਕੇ ਤੂੰ ਇਹ ਜਗਤ ਜੂੜ ਤਮਾਕੂ ਦੇ ਨਾਲ ਜੋੜ ਲਈ ਹੈ, ਜਾਂ ਵਿਸ਼ਿਆਂ ਦੇ ਨਾਲ, ਨਸ਼ਿਆਂ ਦੇ ਨਾਲ ਤੇ ਮਾਇਆ ਦੇ ਨਾਲ ਪ੍ਰੀਤੀ ਜੋੜ ਲਈ ਹੈ, ਵੀ ਇਹ ਤੇ ਤੂੰ ਆਪਣੀ ਜ਼ਿੰਦਗੀ ਨੂੰ ਰੜੇ ਮੈਦਾਨ ਦੇ ਵਿੱਚ ਹੀ ਡੋਬ ਦਿੱਤਾ। ਅਥਵਾ ਰੇ ਨਰ ਨਾਵ ਚੌੜ ਕਤ ਬੋੜੀ, ਚੌੜ ਦਾ ਅਰਥ ਹੁੰਦਾ ਪੰਜਾਬੀ ਵਿੱਚ ਕਹਿੰਦੇ ਤੂੰ ਚੌੜ ਕਿਉਂ ਕਰਦਾ। ਚੌੜ ਕਹਿੰਦੇ ਨੇ ਇਲਤ ਨੂੰ, ਸ਼ਰਾਰਤ ਨੂੰ। ਲੋਕ ਭਗਤ ਜੀ ਕਹਿੰਦੇ ਨੇ, ਐ ਮਨੁੱਖ, ਤੂੰ ਆਪਣੀ ਜ਼ਿੰਦਗੀ ਨੂੰ, ਚੌੜ ਦਾ ਅਰਥ ਹੈ ਵੀ ਇਲਤ ਕਰਕੇ, ਸ਼ਰਾਰਤ ਕਰਕੇ ਕਿੱਥੇ ਮੰਝ ਧਾਰ ਹੀ ਡੋਬ ਦਿੱਤਾ ਹੈ। ਉਹ ਕਿਵੇਂ ਹਰਸਿਓਂ ਤੋੜ ਵਿਖਿਆ ਸੰਗ ਜੋੜੀ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਪ੍ਰੀਤੀ ਤੋੜ ਕੇ ਜਿਹੜੀ ਵਿਸ਼ਿਆਂ ਦੇ ਨਾਲ, ਵਿਖਿਆ ਦਾ ਅਰਥ ਵਿਸ਼ਿਆਂ ਦੇ ਨਾਲ, ਨਸ਼ਿਆਂ ਦੇ ਨਾਲ ਜੋੜ ਲਈ ਹੈ ਨਾ, ਤੇ ਸਮਝ ਲਓ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਤੇ ਚੌੜ ਕਰਕੇ, ਇਲਤ ਕਰਕੇ, ਸ਼ਰਾਰਤ ਕਰਕੇ ਮੰਝ ਧਾਰ ਡੋਬ ਦਿੱਤਾ ਹੈ। ਲਓ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ। ਗੌੜੀ ਕਬੀਰ ਜੀ, ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ। ਲੋ ਭਗਤ ਜੀ ਕਹਿੰਦੇ ਨੇ, ਵਿਖਿਆ ਵਿਆਪਿਆ ਸਗਲ ਸੰਸਾਰ, ਇਹ ਸਾਰਾ ਸੰਸਾਰ ਹੀ ਵਿਖਿਆ ਵਿਆਪਿਆ। ਵੀ ਇਹ ਵਿਖਿਆ ਦਾ ਅਰਥ ਹੈ ਜਗਤ ਜੂਠ ਖਾਣ ਦੇ ਵਿੱਚ ਖਚਤ ਹੋਇਆ ਹੋਇਆ, ਸਾਰਾ ਸੰਸਾਰ ਹੀ। ਹੁਣ ਇਹ ਗੱਲ ਕਿਸੇ ਹੱਦ ਤੱਕ ਬਿਲਕੁਲ ਸੱਚ ਹੈ। ਹੁਣ ਤੁਸੀਂ ਸਾਰੇ ਸੰਸਾਰ ਵਾਲੀ ਨਿਗਾਹ ਮਾਰ ਕੇ ਦੇਖੋ, ਆ ਬੀੜੀਆਂ, ਸਿਗਰਟਾਂ, ਗੰਦੇ ਧੂਏ ਦੀ ਕਿੰਨੀ ਵਰਤੋਂ ਹੋ ਰਹੀ ਹੈ। ਭਾਵੇਂ ਠੀਕ ਹੈ ਯੂਰਪ ਦੇ ਲੋਕ ਤੇ ਹੋਰ ਬਾਹਰਲੇ ਕੰਟਰੀਆਂ ਦੇ ਲੋਕ ਆਪਣੇ ਆਪ ਨੂੰ ਬਹੁਤ ਅਗਾਂਹ ਵਧੂ ਸਮਝ ਰਹੇ ਨੇ, ਪਰ ਇਹਨਾਂ ਦੇ ਵਿੱਚ ਵੀ ਇਹ ਤੰਬਾਕੂ ਦਾ, ਸਿਗਰਟ ਨੋਸ਼ੀ ਦਾ ਆਮ ਹੀ ਚਸਕਾ ਵੇਖਣ ਨੂੰ ਮਿਲਦਾ। ਇਸੇ ਲਈ ਭਗਤ ਜੀ ਜੋ ਕੁਝ ਕਹਿ ਰਹੇ ਨੇ ਉਸ ਵੇਲੇ ਵੀ ਸੱਚ ਸੀ, ਹੁਣ ਵੀ ਸੱਚ ਹੈ। ਵਿਖਿਆ ਵਿਆਪਿਆ ਸਗਲ ਸੰਸਾਰ, ਵੀ ਇਹ ਸਾਰਾ ਸੰਸਾਰ ਹੀ, ਵਿਖਿਆ ਦਾ ਅਰਥ ਹੈ ਇਹ ਜਿਹੜੀ ਜ਼ਹਿਰ ਹੈ, ਜਗਤ ਝੂਠ ਹੈ, ਤੰਬਾਕੂ ਹੈ, ਜਿਸ ਨੂੰ ਬੀੜੀਆਂ, ਸਿਗਰਟਾਂ, ਜ਼ਰਦੇ ਦੇ ਰੂਪ ਦੇ ਵਿੱਚ, ਹੋਰ ਕਈ ਰੂਪਾਂ ਦੇ ਵਿੱਚ ਲੋਕ ਵਰਤ ਰਹੇ ਨੇ। ਇਹ ਸਾਰਾ ਸੰਸਾਰ ਹੀ ਜ਼ਹਿਰ ਖਾਣ ਦੇ ਵਿੱਚ ਲੱਗਿਆ ਹੋਇਆ ਹੈ। ਵਿਖਿਆ ਲੈ ਡੂਬੀ ਪਰਵਾਰ, ਇਹ ਜਿਹੜੀ ਜਗਤ ਝੂਠ ਹੈ, ਇਹ ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਹੈ, ਇਹ ਤੇ ਸਾਰੇ ਪਰਿਵਾਰ ਨੂੰ ਲੈ ਕੇ ਡੁੱਬ ਜਾਂਦੀ ਹੈ। ਇਸ ਲਈ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਹਰ ਕਿਸਮ ਦਾ ਨਸ਼ਾ ਮਨਾ ਕੀਤਾ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਅਸਲੀ ਨਾਮ ਦੀ ਹੀ ਖੁਮਾਰੀ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਗੁਰਸਿੱਖ ਨੂੰ ਹੋਰ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ, ਕੇਵਲ ਅੰਨ ਪਾਣੀ ਦਾ ਹੀ ਅਮਲ ਹੋਣਾ ਚਾਹੀਦਾ। ਕਈਆਂ ਨੂੰ ਚਾਹ ਦਾ ਵੀ ਅਮਲ ਲੱਗ ਜਾਂਦਾ, ਕਈਆਂ ਨੂੰ ਹੋਰ ਕਈ ਅਮਲ ਲੱਗ ਜਾਂਦੇ ਨੇ, ਪਰ ਅਮਲ ਕੋਈ ਵੀ ਨਹੀਂ ਸਰੀਰ ਨੂੰ ਲੱਗਣਾ ਚਾਹੀਦਾ। ਹਾਂ, ਸਭ ਤੋਂ ਚੰਗਾ ਅਮਲ ਹੈ ਨਾਮ ਬਾਣੀ ਦਾ, ਉਹ ਜੇ ਲੱਗ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਉਹਨਾਂ ਬਾਰੇ ਹੀ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਨਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੀ। ਜਿਹੜੇ ਨਾਮ ਦੇ ਅੰਮ੍ਰਿਤ ਰਸ ਵਿੱਚ ਮਸਤ ਰਹਿੰਦੇ ਨੇ ਵੀ ਉਹ ਅਸਲੀ ਅਮਲੀ ਨੇ, ਉਹ ਅਸਲੀ ਰੱਬ ਦੀ ਨਾਮ ਦੀ ਖੁਮਾਰੀ ਵਾਲੇ ਮਹਾਂਪੁਰਖ ਨੇ। ਇੱਥੇ ਭਗਤ ਜੀ ਕਹਿੰਦੇ ਨੇ ਵਿਖਿਆ ਵਿਆਪਿਆ ਸਗਲ ਸੰਸਾਰ,
ਕਿ ਪ੍ਰਤੱਖ ਵੀ ਜਗਤ ਜੂਠ ਖਾਣ ਦੇ ਵਿੱਚ ਸਾਰਾ ਸੰਸਾਰ ਲੱਗਿਆ ਹੋਇਆ ਹੈ। ਇੱਕ ਥਾਂ ਤੇ ਕਲਗੀਧਰ ਪਾਤਸ਼ਾਹ ਦੇ ਇਹ ਵੀ ਬਚਨ ਆਏ ਨੇ, ਮਦਰਾ ਦਹਿਤਾ ਸਪਤ ਕੋਲ ਭੰਗ ਦਹਿ ਤਨ ਏਕ, ਜਗਤ ਜੂੜ ਸਤ ਕੋਲ ਦਾ ਨਿੰਦਾ ਦਹਿ ਅਨੇਕ। ਮਦਰਾ ਦਾ ਅਰਥ ਹੈ ਸ਼ਰਾਬ। ਜਿਹੜਾ ਮਨੁੱਖ ਸ਼ਰਾਬ ਪੀਂਦਾ ਹੈ ਉਹ ਸੱਤ ਕੁਲਾਂ ਨੂੰ ਤਬਾਹ ਕਰ ਦਿੰਦੀ ਹੈ। ਭੰਗ ਦਹਿ ਤਨ ਏਕ, ਜਿਹੜਾ ਆਦਮੀ ਭੰਗ ਖਾਂਦਾ ਹੈ, ਸੁੱਖਾ ਵਰਤਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ, ਉਹ ਆਪਣੇ ਸਰੀਰ ਨੂੰ ਨਕਾਰਾ ਕਰ ਲੈਂਦਾ ਹੈ। ਭੰਗ ਪੀਣ ਵਾਲੇ ਦਾ ਸਰੀਰ ਆਲਸੀ ਹੋ ਜਾਂਦਾ ਹੈ ਤੇ ਉਹਦੇ ਇੰਦਰੀਏ ਵੀ ਸਿਥਲ ਹੋ ਜਾਂਦੇ ਨੇ, ਬਿਨਾਂ ਅਮਲ ਤੋਂ ਕੋਈ ਵੀ ਕੰਮ ਨਹੀਂ ਕਰ ਸਕਦਾ। ਮਦਰਾ ਦਹਿਤਾ ਸਪਤਗੋਲ ਭੰਗ ਦਹਿ ਤਨ ਏਕ, ਜਗਤ ਜੂੜ ਸਤ ਕੋਲ ਦਹਿ। ਜਗਤ ਜੂੜ ਦਾ ਅਰਥ ਹੈ ਤੰਬਾਕੂ। ਪਹਿਲਾਂ ਹੁੱਕੇ ਦੇ ਰੂਪ ਦੇ ਵਿੱਚ ਲੋਕ ਇਹਦੀ ਵਰਤੋਂ ਕਰਦੇ ਸਨ, ਇਹਨੂੰ ਜਗਤ ਜੂੜ ਦਾ ਨਾਮ ਦਿੱਤਾ ਗਿਆ ਹੈ। ਇਹ ਤੇ 100 ਕੁਲਾਂ ਨੂੰ ਤਬਾਹ ਕਰਦੀ ਹੈ। ਤੇ ਜਿਹੜਾ ਮਨੁੱਖ ਕਿਸੇ ਪੂਰਨ ਮਹਾਂਪੁਰਖ ਦੀ ਅਥਵਾ ਸਤਿਗੁਰੂ ਦੀ ਨਿੰਦਿਆ ਕਰਦਾ ਹੈ, ਉਹਦੀਆਂ ਤੇ ਅਨੇਕਾਂ ਕੁਲਾਂ ਤਬਾਹ ਹੁੰਦੀਆਂ ਨੇ। ਇਸੇ ਲਈ ਨਿੰਦਿਆ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇੱਥੇ ਭਗਤ ਕਬੀਰ ਜੀ ਫਰਮਾ ਰਹੇ ਨੇ, ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ। ਇਹ ਜਿਹੜਾ ਸਾਰਾ ਸੰਸਾਰ ਹੀ ਹੈ ਭਾਈ, ਇਹ ਜ਼ਹਿਰ ਖਾਣ ਦੇ ਵਿੱਚ ਤਦਾਕਾਰ ਹੋਇਆ ਹੈ। ਅਥਵਾ ਵਿਖਿਆ ਦਾ ਅਰਥ ਜਗਤ ਜੂਠ ਪਹਿਲੇ ਨੰਬਰ ਤੇ ਹੈ, ਤੇ ਦੂਸਰਾ ਨਸ਼ਿਆਂ ਤੇ ਵਿਸ਼ਿਆਂ ਨੂੰ ਵੀ ਵਿਖਿਆ ਜ਼ਹਿਰ ਆਖਿਆ ਹੈ। ਤੀਸਰੇ ਨੰਬਰ ਤੇ ਮਾਇਆ ਵੀ ਇੱਕ ਜ਼ਹਿਰ ਹੈ। ਇਹ ਸਾਰਾ ਸੰਸਾਰ ਮਾਇਆ ਦੀ ਜ਼ਹਿਰ ਖਾਣ ਲੱਗਿਆ ਹੋਇਆ ਹੈ। ਵਿਖਿਆ ਲੈ ਡੂਬੀ ਪਰਵਾਰ, ਇਹ ਜਿਹੜੀ ਵਿਖਿਆ ਮਾਇਆ ਦੀ ਜ਼ਹਿਰ ਹੈ, ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਹੈ, ਤੰਬਾਕੂ ਵਰਗੀ ਜ਼ਹਿਰ ਹੈ, ਇਹ ਸਾਰੇ ਪਰਿਵਾਰ ਨੂੰ ਲੈ ਕੇ ਡੁੱਬ ਜਾਂਦੀ ਹੈ। ਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾਓ। ਲੋ ਭਗਤ ਜੀ ਕਹਿੰਦੇ ਨੇ, ਐ ਮਨੁੱਖ ਤੂੰ ਆਪਣੀ ਜ਼ਿੰਦਗੀ ਦੀ ਨਾਵ ਨੌਕਾ ਨੂੰ ਕਿੱਥੇ ਰੜੇ ਮੈਦਾਨ ਦੇ ਵਿੱਚ ਹੀ ਡੋਬ ਛੱਡਿਆ। ਭਾਵ ਨਸ਼ਿਆਂ ਦੇ ਵਿੱਚ ਪੈ ਕੇ ਇਸ ਨੂੰ ਬਰਬਾਦ ਕਰ ਰਿਹਾ ਹੈ। ਹਰ ਸਿਉ ਤੋੜ ਵਿਖਿਆ ਸੰਗ ਜੋੜੀ, ਤੂੰ ਉਸ ਵਾਹਿਗੁਰੂ ਪਰਮੇਸ਼ਰ ਨਾਲੋਂ, ਉਹਦੇ ਨਾਮ ਨਾਲੋਂ ਪ੍ਰੀਤੀ ਤੋੜ ਕੇ ਵਿਖਿਆ ਸੰਗ ਜੋੜੀ, ਤੂੰ ਜ਼ਹਿਰ ਦੇ ਨਾਲ ਪ੍ਰੀਤੀ ਜੋੜ ਲਈ ਹੈ। ਜਗਤ ਜੂਠ ਦੀ ਵਰਤੋਂ ਕਰਨ ਲੱਗ ਪਈ ਹੈ, ਨਸ਼ਿਆਂ ਵਿਸ਼ਿਆਂ ਵਿੱਚ ਗਲਤਾਨ ਹੋ ਗਈਆਂ, ਮਾਇਆ ਦੇ ਵਿੱਚ ਆਸ਼ਕਤ ਹੋ ਰਹੀਆਂ। ਇਹ ਕਿੱਥੇ ਤੂੰ ਇਸ ਜ਼ਹਿਰ ਦੇ ਨਾਲ ਪ੍ਰੀਤੀ ਜੋੜ ਲਈ ਹੈ।